ਹੈਲੋ ਸਟੂਡੈਂਟਸ। ਅੱਜ ਜਿਹੜਾ ਹੈ ਸਟੋਰੀ ਬਾਕੀ ਸਭ ਸੁਖਸਾਨ ਦੇ ਜਿਹੜੇ ਨਾ ਕੁਐਸਚਨ ਆਨਸਰਸ ਜਿਹੜੇ ਤੁਹਾਡੀ ਵਰਕ ਬੁੱਕ ਦੇ ਵਿੱਚ ਹੈਗੇ ਆ ਉਹ ਕਰਾ ਰਹੀ ਆ। ਕਾਪੀ ਵਾਲੇ ਕੁਐਸਚਨ ਆਨਸਰਸ ਮੈਂ ਕਰਾਏ ਸੀ ਜਿਹੜੇ ਕਿ ਸਟੋਰੀ ਦੇ ਅਨੁਸਾਰ ਕਾਫੀ ਇੰਪੋਰਟੈਂਟ ਬਣਦੇ ਸੀ, ਉਹ ਮੈਂ ਕਰਾਏ ਹੋਏ ਆ। ਪਰ ਅੱਜ ਜਿਹੜੇ ਹੈਗੇ ਆ ਇਸ ਕਹਾਣੀ ਦੀ ਵਰਕ ਬੁੱਕ ਵਾਲੇ ਕੁਐਸਚਨ ਆਨਸਰਸ ਕਰਾ ਰਹੀ ਆ, ਜਿਹੜੇ ਕਿ ਤੁਹਾਡੇ ਵਰਕ ਬੁੱਕ ਦੇ ਪੇਜ ਨੰਬਰ 49 ਦੇ ਉੱਪਰ ਹੇਠ ਲਿਖ ਕੇ ਪ੍ਰਸ਼ਨ ਵਿਦਿਆਰਥੀ ਆਪ ਹੱਲ ਕਰਨ ਉੱਤੋਂ ਜਿਹੜੀ ਹੈ ਅੱਜ ਆਪਾਂ ਸ਼ੁਰੂ ਕਰਾਂਗੇ। ਪਰ ਇਸ ਤੋਂ ਉੱਪਰ ਬੇਟੇ ਜਿਹੜੇ ਕੁਐਸਚਨ ਆਨਸਰਸ ਇਹਨਾਂ ਨੇ ਸੋਲਵ ਕੀਤੇ ਹੋਏ ਆ ਤੁਹਾਡੀ ਵਰਕ ਬੁੱਕ 'ਚ, ਉਹ ਵੀ ਕਾਫੀ ਇੰਪੋਰਟੈਂਟ ਹੈ। ਠੀਕ ਹੈ, ਸੋ ਅਨਸੋਲਵਡ ਪੈਰਾਗ੍ਰਾਫ ਜਿਹੜੇ ਆ ਉਹ ਅੱਜ ਆਪਾਂ ਕਰਦੇ ਹਾਂ। ਪਹਿਲਾ ਜਿਹੜਾ ਹੈ ਲਾਈਨਾਂ ਪੜ੍ਹਦੇ ਹਾਂ। ਮੋਹਨ ਸਿਆਂ ਤੇਥੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ, ਹਰ ਗੱਲ ਆਪਣੇ ਧੀਆਂ ਪੁੱਤਰਾਂ ਵਾਂਗ ਤੇਰੇ ਨਾਲ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਇਹਦੇ ਵਿੱਚ ਦਿੱਤਾ ਗਿਆ ਹੈ ਕਿ ਇਹ ਕਹਾਣੀ ਸ਼ਬਦ ਕਿਸ ਕਹਾਣੀ ਵਿੱਚੋਂ ਲਏ ਗਏ ਹਨ ਤੇ ਕੌਣ ਕਹਿੰਦਾ ਹੈ। ਸੋ ਸਭ ਤੋਂ ਪਹਿਲਾਂ ਬੇਟਾ ਜਿਹੜਾ ਹੈ ਇਹ ਜਿਹੜੀਆਂ 17 ਆ ਉਹ ਕਿਸ ਕਹਾਣੀ ਵਿੱਚੋਂ ਲਈਆਂ ਗਈਆਂ ਆ? ਬਾਕੀ ਸਭ ਸੁਖਸਾਨ ਦੇ ਵਿੱਚੋਂ। ਤੇ ਕੌਣ ਕਹਿੰਦਾ ਹੈ, ਪਾਤਰ ਦਾ ਨਾਮ ਲਿਖਣਾ ਹੈ। ਸੋ ਇਹ ਜਿਹੜੀਆਂ 17 ਆ ਉਹ ਇਸ ਕਹਾਣੀ ਦੀ ਜਿਹੜੀ ਪਾਤਰ ਆ ਨਾ, ਮੁੱਖ ਪਾਤਰ ਹਰ ਕੌਰ, ਉਹਨੇ ਕਹੀਆਂ ਆ। ਕਿਹਨੂੰ ਕਹੀਆਂ ਆ? ਮੋਹਨ ਸਿੰਘ ਨੂੰ ਕਹੀਆਂ ਆ। ਸੋ ਸਭ ਤੋਂ ਪਹਿਲਾਂ ਕਹਾਣੀ ਦਾ ਨਾਮ ਲਿਖਣਾ ਹੈ ਕਿ ਇਹ 17 ਜਿਹੜੇ ਸ਼ਬਦ ਆ ਜਾਂ ਇਹ ਜਿਹੜੀਆਂ 17 ਆ ਉਹ ਬਾਕੀ ਸਭ ਸੁਖਸਾਂਦ ਹੈ ਕਹਾਣੀ ਵਿੱਚੋਂ ਲਈਆਂ ਗਈਆਂ ਹਨ। ਔਰ ਇਹ ਸ਼ਬਦ ਜਿਹੜੇ ਆ ਉਹ ਹਰ ਕੌਰ ਨੇ ਮੋਹਨ ਸਿੰਘ ਨੂੰ ਕਹੇ ਆ। ਔਰ ਕਦੋਂ ਕਹੇ ਸੀਗੇ ਇਹ ਤੁਸੀਂ ਨਾਲ ਲਿਖ ਦੇਣਾ ਆ, ਜਦੋਂ ਹਰ ਕੌਰ ਆਪਣੇ ਫੌਜੀ ਪੁੱਤਰ ਜਾਗਰ ਦੇ ਨਾਮ 'ਤੇ ਚਿੱਠੀ ਲਿਖਵਾਉਣਾ ਚਾਹੁੰਦੀ ਹੈ। ਔਰ ਪਹਿਲਾਂ ਜਿਹੜਾ ਮੋਹਨ ਸਿੰਘ ਜਿਹੜਾ ਨਾ ਨੁੱਕਰ ਕਰਦਾ ਆ, ਥੋੜ੍ਹੀ ਜਿਹੀ ਜਿਹੜੀ ਆ ਉਹ ਚਿੱਠੀ ਲਿਖਣ ਤੋਂ ਗੁਰੇਜ਼ ਕਰਦਾ ਆ, ਤਾਂ ਉਸ ਸਮੇਂ ਜਿਹੜੀ ਹਰ ਕੌਰ ਆ ਉਹਨੂੰ ਮਨਾਉਂਦੀ ਹੈ ਚਿੱਠੀ ਲਿਖਣ ਦੇ ਲਈ। ਉਸ ਸਮੇਂ ਇਹ ਸ਼ਬਦ ਹਰ ਕੌਰ ਮੋਹਨ ਸਿੰਘ ਨੂੰ ਬੜੇ ਹੀ ਪਿਆਰ ਦੇ ਨਾਲ ਆਖਦੀ ਹੈ ਤਾਂ ਕਿ ਉਹ ਆਪਣੇ ਫੌਜੀ ਪੁੱਤਰ ਦੇ ਨਾਮ ਚਿੱਠੀ ਲਿਖ ਸਕੇ, ਤਾਂ ਕਿ ਉਹ ਫੌਜ ਦੇ ਵਿੱਚੋਂ ਆਪਣਾ ਨਾਮ ਕਟਾ ਕੇ ਘਰ ਆ ਸਕੇ ਤੇ ਉਹਦਾ ਸਹਾਰਾ ਬਣ ਸਕੇ ਉਸ ਸਮੇਂ। ਦੂਸਰਾ ਕੁਐਸਚਨ ਹੈ, ਮੋਹਨ ਸਿੰਘ ਕਿਹੋ ਜਿਹਾ ਪਾਤਰ ਹੈ, ਉਸਦੇ ਸੁਭਾਅ 'ਤੇ ਚਾਨਣਾ ਪਾਓ। ਸੋ ਜਿਹੜਾ ਮੋਹਨ ਸਿੰਘ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਲਿਖਣਾ ਹੈ ਕਿ ਮੋਹਨ ਸਿੰਘ ਇਸ ਕਹਾਣੀ ਦਾ ਜਿਹੜਾ ਹੈ ਮੁੱਖ ਪਾਤਰ ਆ ਤੇ ਉਹ ਇੱਕ ਪੜ੍ਹਿਆ ਲਿਖਿਆ ਪਾਤਰ ਆ। ਠੀਕ ਹੈ, ਆਪਾਂ ਬਾਕੀ ਇਹਦਾ ਸੁਭਾਅ ਲਿਖਣਾ ਹੈ, ਥੋੜ੍ਹੀ ਜਿਹੀ ਇੰਟਰੋ ਦੇਵਾਂਗੇ ਉਹਦੇ ਬਾਰੇ, ਜਾਣ ਪਛਾਣ ਕਿ ਮੋਹਨ ਸਿੰਘ ਪੜ੍ਹਿਆ ਲਿਖਿਆ ਪਾਤਰ ਆ। ਔਰ ਪਿਛਲੇ 5 ਸਾਲਾਂ ਤੋਂ ਜਦੋਂ ਦੀ ਉਹਨੇ 5ਵੀਂ ਪਾਸ ਕੀਤੀ ਹੈ ਤੇ ਹੁਣ 10ਵੀਂ ਤੱਕ ਉਹ ਲਗਾਤਾਰ ਪਿਛਲੇ 5 ਸਾਲਾਂ ਤੋਂ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਆ। ਉਹ ਹਰ ਵਰਗ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ, ਭਾਵੇਂ ਉਹ ਕੁੜੀਆਂ ਹੋਣ ਭਾਵੇਂ ਉਹ ਬੁੜੀਆਂ ਹੋਣ, ਸਾਰੇ ਲੋਕ ਜਿਹੜੇ ਆ ਉਹਦੇ ਕੋਲੋਂ ਹੀ ਚਿੱਠੀਆਂ ਲਿਖਵਾਉਂਦੇ ਆ। ਔਰ ਤੁਸੀਂ ਇਹ 'ਚ ਦੱਸਣਾ ਹੈ ਕਿ ਕਈ ਵਾਰ ਜਿਹੜਾ ਆ ਉਹ ਇੰਨੀਆਂ ਲੰਬੀਆਂ ਚਿੱਠੀਆਂ ਲਿਖਦਾ ਹੈ ਜਿਹਦੇ ਕਰਕੇ ਉਹ ਅੱਕ ਜਾਂਦਾ ਹੈ, ਦੁਖੀ ਹੋ ਜਾਂਦਾ ਆ। ਔਰ ਹੁਣ ਵੈਸੇ ਵੀ ਜਿਹੜਾ ਆ ਨਾ ਉਹ ਦੁੱਖ ਭਰੀਆਂ ਚਿੱਠੀਆਂ ਲਿਖ ਕੇ ਤੰਗ ਆ ਚੁੱਕਾ ਆ। ਇਸ ਕਰਕੇ ਉਹ ਪਿੰਡ ਛੱਡ ਕੇ ਕਿਤੇ ਦੌੜ ਜਾਣਾ ਚਾਹੁੰਦਾ ਆ। ਪਰ ਜਦੋਂ ਉਹਨੂੰ ਪਿਆਰ ਦੇ ਨਾਲ ਪਿੰਡ ਦੇ ਲੋਕ ਮਨਾਉਂਦੇ ਆ, ਕਿਉਂਕਿ ਉਹਦਾ ਜਿਹੜਾ ਪਿੰਡ ਵਾਲਿਆਂ ਦੇ ਨਾਲ ਰਿਸ਼ਤਾ ਸੀ ਨਾ ਉਹ ਧੀਆਂ ਪੁੱਤਰਾਂ ਵਰਗਾ ਹੀ ਸੀ, ਉਹ ਪਿੰਡ ਦੇ ਲੋਕ ਉਹਨੂੰ ਆਪਣੇ ਪੁੱਤਾਂ ਵਾਂਗ ਹੀ ਸਮਝਦੇ ਸੀ। ਇਸ ਕਰਕੇ ਵਿਚਾਰਾ ਜਿਹੜਾ ਆ ਉਹ ਪਿਘਲ ਜਾਂਦਾ ਸੀ ਤੇ ਚਿੱਠੀ ਲਿਖਣ ਨੂੰ ਤਿਆਰ ਹੋ ਜਾਂਦਾ ਸੀ। ਫਿਰ ਤੁਸੀਂ ਇਹ ਵੀ ਦੱਸਣਾ ਆ ਕਿ ਉਹ ਜਿਹੜਾ ਆ ਹਰ ਕੌਰ ਨੂੰ ਵੀ ਹੌਸਲਾ ਦਿੰਦਾ ਹੈ। ਜਦੋਂ ਹਰ ਕੌਰ ਦੁੱਖਾਂ ਦੀ ਮਾਰੀ ਉਹਦੇ ਅੱਗੇ ਆਪਣੇ ਦੁੱਖ ਫਰੋਲਦੀ ਹੈ ਨਾ, ਜ਼ਿਕਰ ਕਰਦੀ ਹੈ, ਤਾਂ ਉਸ ਸਮੇਂ ਉਹਨੂੰ ਉਹ ਹੌਸਲਾ ਵੀ, ਮੋਹਨ ਸਿੰਘ ਉਹਨੂੰ ਹੌਸਲਾ ਵੀ ਦਿੰਦਾ ਨਜ਼ਰ ਆਉਂਦਾ ਹੈ ਸਾਨੂੰ ਕਹਾਣੀ ਦੇ ਵਿੱਚ। ਸੋ ਮੋਹਨ ਸਿੰਘ ਜਿਹੜਾ ਹੈ ਉਹ ਇੱਕ ਅਜਿਹਾ ਪਾਤਰ ਆ ਜਿਹੜਾ ਬੇਸ਼ੱਕ ਚਿੱਠੀਆਂ ਲਿਖ ਕੇ ਦੁਖੀ ਹੋ ਚੁੱਕਾ ਆ, ਪਰ ਲੋਕਾਂ ਦਾ ਜਿਹੜਾ ਹੈ ਉਹ ਦੁੱਖ ਸੁਣ ਕੇ ਪਰੇਸ਼ਾਨ ਹੋ ਜਾਂਦਾ ਆ। ਪਰ ਉਹ ਜਦੋਂ ਉਹਨੂੰ ਪਿਆਰ ਦੇ ਨਾਲ ਮਨਾਉਂਦੇ ਆ ਤੇ ਉਹ ਚਿੱਠੀ ਲਿਖਣ ਦੇ ਲਈ ਤਿਆਰ ਵੀ ਹੋ ਜਾਂਦਾ ਆ।
ਇਹ ਸਾਰੇ ਜਿਹੜੇ ਪੁਆਇੰਟ ਤੁਸੀਂ ਲਿਖਣੇ ਆ ਕਿ ਉਹ ਪੜ੍ਹਿਆ ਲਿਖਿਆ ਆ, ਪਿਛਲੇ 5 ਸਾਲਾਂ ਤੋਂ ਲਗਾਤਾਰ ਉਹ ਚਿੱਠੀਆਂ ਲਿਖਦਾ ਆ ਰਿਹਾ ਆ, ਹਰ ਵਰਗ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ, ਚਿੱਠੀਆਂ ਲਿਖ ਲਿਖ ਕੇ ਉਹ ਦੁਖੀ ਹੋ ਚੁੱਕਾ ਆ, ਪਰ ਫਿਰ ਵੀ ਉਹ ਛੇਤੀ ਪਿਘਲ ਜਾਂਦਾ ਆ, ਚਿੱਠੀ ਲਿਖਣ ਲਈ ਤਿਆਰ ਹੋ ਜਾਂਦਾ ਆ, ਹਰ ਕੌਰ ਨੂੰ ਉਹ ਹੌਸਲਾ ਵੀ ਦਿੰਦਾ ਹੈ। ਇਹ ਸਾਰੇ ਪੁਆਇੰਟ ਜਿਹੜੇ ਆ ਤੁਸੀਂ ਇਹਦੇ ਵਿੱਚ ਕੁਐਸਚਨ ਦੇ ਆਨਸਰਸ ਦੇ ਵਿੱਚ ਲਿਖੋਗੇ। ਨੈਕਸਟ ਜਿਹੜਾ ਥਰਡ ਕੁਐਸਚਨ ਹੈ ਇਹਦਾ, ਇਹ ਸ਼ਬਦ ਮੋਹਨ ਸਿੰਘ ਨੂੰ ਕਿਉਂ ਕਹੇ ਗਏ ਆ? ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੱਸਣਾ ਹੈ ਕਿ ਇਹ ਸ਼ਬਦ ਜਿਹੜੇ ਆ ਹਰ ਕੌਰ ਨੇ ਮੋਹਨ ਸਿੰਘ ਨੂੰ ਕਹੇ ਆ ਜਦੋਂ ਹਰ ਕੌਰ ਹਰ ਪਾਸਿਓਂ ਦੁੱਖਾਂ ਤਕਲੀਫਾਂ ਦੇ ਨਾਲ ਘਿਰੀ ਹੋਈ ਸੀ। ਉਹਨੂੰ ਕਿਸੇ ਪਾਸੇ ਕੋਈ ਵੀ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ ਸੀ। ਉਹ ਜਿਹੜੀ ਹੈ ਅਸਲ ਮਾਇਨੇ ਦੇ ਵਿੱਚ ਘਰੇਲੂ ਤੰਗੀਆਂ ਤੁਰਸ਼ੀਆਂ ਦੇ ਨਾਲ ਘਿਰੀ ਹੋਈ ਸੀ। ਨੂੰ ਉਹਦੀ ਬਿਮਾਰ ਪਈ ਸੀ, ਧੀ ਉਹਦੇ ਘਰ ਜਿਹੜੀ ਆ ਕੇ ਵਾਪਸ ਬੈਠੀ ਸੀ, ਪਸ਼ੂਆਂ ਵੱਲੋਂ ਉਹ ਤੰਗ ਸੀ, ਔਰ ਜਿਹੜਾ ਹੈ ਇਸ ਸਮੇਂ ਇਹ ਸਾਰੀ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਉਹਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਸੀ। ਇਸ ਕਰਕੇ ਜਿਹੜਾ ਆ ਜਦੋਂ ਉਹਦੀ ਕਹਿ ਲਓ ਮੱਝ ਦੀ ਪੂੰਛ ਨੂੰ ਬਾਹਮਣੀ ਲੱਗ ਜਾਂਦੀ ਹੈ ਔਰ ਉਹਦਾ ਜਿਹੜਾ ਹੈ ਬਾਰੂ ਪਿਆਰ ਦੇ ਨਾਲ ਪਾਲਿਆ ਹੋਇਆ ਉਹ ਵੀ ਉਹਨਾਂ ਨੂੰ ਵੇਚਣਾ ਪੈਂਦਾ ਕਿਉਂਕਿ ਜ਼ਮੀਨ ਦਾ ਹਾਲਾ ਦੇਣਾ ਸੀ। ਇਹ ਸਾਰੀਆਂ ਤੰਗੀਆਂ ਤੁਰਸ਼ੀਆਂ ਦਾ ਜ਼ਿਕਰ ਜਿਹੜੀ ਹੈ ਹਰ ਕੌਰ ਚਿੱਠੀ ਦੇ ਵਿੱਚ ਆਪਣੇ ਪੁੱਤਰ ਜਾਗਰ ਨੂੰ ਕਰਾਉਣਾ ਚਾਹੁੰਦੀ ਹੈ ਤਾਂ ਕਿ ਉਹ ਛੇਤੀ ਤੋਂ ਛੇਤੀ ਫੌਜ ਦੇ ਵਿੱਚੋਂ ਆਪਣਾ ਨਾਮ ਕਟਾ ਕੇ ਵਾਪਸ ਆ ਸਕੇ। ਇਸ ਕਰਕੇ ਜਿਹੜੇ ਆ ਇਹ ਸ਼ਬਦ ਹਰ ਕੌਰ ਵੱਲੋਂ ਮੋਹਨ ਸਿੰਘ ਨੂੰ ਕਹੇ ਗਏ ਆ ਕਿਉਂਕਿ ਪਹਿਲਾਂ ਮੋਹਨ ਸਿੰਘ ਜਿਹੜਾ ਸੀ ਉਹ ਚਿੱਠੀ ਲਿਖਣ ਦੇ ਲਈ ਤਿਆਰ ਨਹੀਂ ਸੀ ਕਿਉਂਕਿ ਹੁਣ ਪਿੰਡ ਦੇ ਵਿੱਚ 3 ਬੱਚੇ ਹੋਰ ਪੜ ਗਏ ਸੀ, ਕੋਟਾ, ਮੇਗਾ ਤੇ ਸ਼ਰਬਤੀ, ਔਰ ਇਸ ਕਰਕੇ ਮੋਹਨ ਸਿੰਘ ਚਾਹੁੰਦਾ ਸੀ ਕਿ ਲੋਕੀ ਜਿਹੜੇ ਆ ਉਹਨਾਂ ਕੋਲੋਂ ਵੀ ਚਿੱਠੀਆਂ ਲਿਖਾਉਣ। ਪਰ ਲੋਕ ਜਿਹੜੇ ਆ ਉਹ ਸਿਰਫ ਮੋਹਨ ਸਿੰਘ ਕੋ ਚਿੱਠੀਆਂ ਲਿਖਾਉਂਦੇ ਸੀ ਕਿਉਂਕਿ ਮੋਹਨ ਸਿੰਘ ਤੱਕ ਜਿਹੜਾ ਆ ਨਾ ਲੋਕਾਂ ਦਾ ਕੀ ਬਣ ਚੁੱਕਾ ਸੀ, ਵਿਸ਼ਵਾਸ ਬਣ ਚੁੱਕਾ ਸੀ। ਸੋ ਇਸ ਕਰਕੇ ਜਿਹੜੀ ਹੈ ਹਰ ਕੌਰ ਉਹਨੂੰ ਮਨਾਉਂਦੀ ਹੋਈ, ਮੋਹਨ ਸਿੰਘ ਨੂੰ ਮਨਾਉਂਦੀ ਹੋਈ ਇਹ ਸ਼ਬਦ ਆਖਦੀ ਹੈ ਤਾਂ ਕਿ ਜਿਹੜਾ ਮੋਹਨ ਸਿੰਘ ਹੈ ਉਹ ਚਿੱਠੀ ਲਿਖਣ ਦੇ ਲਈ ਕਿਸੇ ਤਰ੍ਹਾਂ ਤਿਆਰ ਹੋ ਜਾਵੇ। ਠੀਕ ਹੈ। ਕਹਾਣੀ ਦੇ ਲੇਖਕ ਦਾ ਕੀ ਨਾਮ ਹੈ? ਸਿਰਫ ਲੇਖਕ ਦਾ ਨਾਮ ਪੁੱਛਿਆ ਆ। ਸੋ ਤੁਸੀਂ ਜਿਹੜਾ ਆ ਇਹਦੇ ਵਿੱਚ ਲਿਖਣਾ, ਪਹਿਲਾਂ ਤਾਂ ਤੁਸੀਂ ਲੇਖਕ ਦਾ ਨਾਮ ਹੀ ਲਿਖੋਗੇ ਕਿ ਇਸ ਕਹਾਣੀ ਦੇ ਲੇਖਕ ਦਾ ਨਾਮ ਮੋਹਨ ਭੰਡਾਰੀ ਹੈ। ਫਿਰ ਨਾਲ ਤੁਸੀਂ ਬੇਟਾ ਥੋੜਾ ਜਿਹਾ ਇਹਦੇ ਵਿੱਚ ਨਾ ਸਟੋਰੀ ਬਾਰੇ ਲਿਖ ਦੇਣਾ ਆ ਕਿ ਇਸ ਕਹਾਣੀ ਦੇ ਵਿੱਚ ਜਿਹੜਾ ਹੈ ਪੇਂਡੂ ਲੋਕਾਂ ਦੀਆਂ ਘਰੇਲੂ ਮੁਸੀਬਤਾਂ ਜਾਂ ਘਰੇਲੂ ਤੰਗੀਆਂ ਤੁਰਸ਼ੀਆਂ ਦਾ ਜ਼ਿਕਰ ਕੀਤਾ ਆ। ਆਮ ਕਰਕੇ ਜਿਹੜੇ ਪੇਂਡੂ ਲੋਕ ਆ ਉਹ ਕਿਸੇ ਨਾ ਕਿਸੇ ਮੁਸੀਬਤ ਨੂੰ ਲੈ ਕੇ ਤੰਗ ਜਾਂ ਦੁਖੀ ਰਹਿੰਦੇ ਆ ਔਰ ਇਹਦੇ ਵਿੱਚ ਤੁਸੀਂ ਜ਼ਿਕਰ ਕਰਨਾ ਹੈ ਕਿ ਲੋਕ ਜਿਹੜੇ ਆ ਉਹ ਬਹੁਤਾ ਪੜ੍ਹੇ ਲਿਖੇ ਨਹੀਂ ਹੁੰਦੇ, ਇਸ ਕਰਕੇ ਜਿਹੜੇ ਆ ਉਹ ਇਹਨਾਂ ਆਰਥਿਕ ਤੰਗੀਆਂ ਦਾ ਜਾਂ ਘਰੇਲੂ ਤੰਗੀਆਂ ਦਾ ਸਾਹਮਣਾ ਕਰਦੇ ਆ। ਹਰ ਕੌਰ ਦੀ ਐਗਜ਼ਾਮਪਲ ਲੈ ਦੇਣੀ ਆ ਕਿ ਹਰ ਕੌਰ ਜਿਹੜੀ ਹੈ ਉਹ ਹਰ ਪਾਸੋਂ ਦੁੱਖਾਂ ਤਕਲੀਫਾਂ ਦੇ ਨਾਲ ਘਿਰੀ ਹੋਈ ਹੈ, ਕਿਸੇ ਪਾਸੇ ਉਹਨੂੰ ਕੋਈ ਵੀ ਉਮੀਦ ਨਜ਼ਰ ਨਹੀਂ ਆਉਂਦੀ ਔਰ ਉਹਦਾ ਇੱਕਮਾਤਰ ਸਹਾਰਾ ਜਿਹੜਾ ਆ ਉਹਦਾ ਪੁੱਤਰ ਜਾਗਰ ਫੌਜੀ ਹੀ ਹੈ। ਇਸ ਕਰਕੇ ਜਿਹੜੀ ਹੈ ਹਰ ਕੌਰ ਦੁੱਖ ਦੀ ਘੜੀ ਦੇ ਵਿੱਚ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੀ ਹੈ। ਸੋ ਲਿਟਲ ਬਿਟ ਜਿਹੜੀ ਆ ਛੋਟੀ ਜਿਹੀ ਕਹਾਣੀ ਦੀ ਸਮਰੀ ਤੁਸੀਂ ਇਹਦੇ ਵਿੱਚ ਨਾਲ ਬਿਆਨ ਕਰਨੀ ਹੈ। ਨੈਕਸਟ ਲਾਈਨ ਆ, ਕਿੰਨਾ ਸੋਹਣਾ ਸੀ ਗੋਬਲਾ ਜਿਹਾ ਮੇਰਾ ਪੋਤਾ, ਇਨ ਬਿਨ ਬਾਪ ਤੇ ਗਿਆ ਸੀ, ਤਿੱਖਾ ਤਿੱਖਾ ਨੱਕ, ਚੌੜਾ ਮੱਥਾ ਤੇ ਭਰਮਾ ਚਿਹਰਾ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਕਹੇ ਆ ਹਰ ਕੌਰ ਨੇ, ਕਹੇ ਆ ਮੋਹਨ ਸਿੰਘ ਨੂੰ। ਕਦੋਂ ਕਹੇ ਆ? ਜਦੋਂ ਉਹ ਚਿੱਠੀ ਲਿਖਵਾਉਂਦੀ ਹੋਈ ਆਪਣੇ ਪੋਤੇ ਦਾ ਜ਼ਿਕਰ ਕਰਦੀ ਹੈ ਕਿਉਂਕਿ ਜਿਹੜਾ ਹੈ ਹਰ ਕੌਰ ਦੇ ਘਰ ਪੋਤੇ ਨੇ ਜਨਮ ਲਿਆ ਸੀ ਪਰ ਉਹਦਾ ਪੋਤਾ ਜਿਹੜਾ ਆ ਹੋਣ ਤੋਂ ਬਾਅਦ ਰੱਬ ਨੂੰ ਪਿਆਰਾ ਹੋ ਗਿਆ ਸੀ। ਸੋ ਇਹਨਾਂ ਸਤਰਾਂ ਦੇ ਵਿੱਚ ਹਰ ਕੌਰ ਆਪਣੇ ਪੋਤੇ ਨੂੰ ਯਾਦ ਕਰਦੀ ਹੈ ਕਿ ਉਹਦਾ ਪੋਤਾ ਜਿਹੜਾ ਹੈ ਨਾ ਬਿਲਕੁਲ ਆਪਣੇ ਬਾਪ ਤੇ ਭਾਵ ਹਰ ਕੌਰ ਦੇ ਪੁੱਤਰ ਵਰਗਾ ਹੀ ਲੱਗਦਾ ਸੀ ਔਰ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਸੱਚੀ ਮੁੱਚੀ ਉਹਦਾ ਜਾਗਰ ਪੁੱਤ ਉਹਦੇ ਕੋਲ ਆ ਕੇ ਖਲੋ ਗਿਆ ਹੋਵੇ। ਸੋ ਇਹਨਾਂ ਸਤਰਾਂ ਦੇ ਵਿੱਚ ਹਰ ਕੌਰ ਆਪਣੇ ਪੋਤੇ ਨੂੰ ਯਾਦ ਕਰਦੀ ਹੋਈ ਇਹ ਸ਼ਬਦ ਮੋਹਨ ਸਿੰਘ ਨੂੰ ਆਖਦੀ ਹੈ। ਕਹਾਣੀ ਦਾ ਇਹ ਪਾਤਰ ਕਿਸ ਬਾਰੇ ਤੇ ਕਿਉਂ ਜ਼ਿਕਰ ਕਰ ਰਿਹਾ ਹੈ? ਕਹਾਣੀ ਦਾ ਇਹ ਪਾਤਰ ਮਤਲਬ ਹਰ ਕੌਰ।
ਇਹ ਪਾਤਰ ਕਿਸ ਬਾਰੇ, ਆਪਣੇ ਪੋਤੇ ਬਾਰੇ ਜ਼ਿਕਰ ਕਰ ਰਿਹਾ। ਤੇ ਕਿਉਂ ਜ਼ਿਕਰ ਕਰ ਰਿਹਾ ਹੈ? ਇਸ ਕਰਕੇ ਜ਼ਿਕਰ ਕਰ ਰਿਹਾ ਹੈ ਕਿਉਂਕਿ ਉਹਦੇ ਘਰ ਪੋਤਾ ਹੋਇਆ ਸੀ, ਪਰ ਹੋਣ ਤੋਂ ਬਾਅਦ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ। ਔਰ ਉਹ ਇੱਥੇ ਇਹਦਾ ਜ਼ਿਕਰ ਇਸ ਕਰਕੇ ਆਇਆ ਆ ਕਿਉਂਕਿ ਉਹਦਾ ਜਿਹੜਾ ਪੋਤਾ ਸੀ ਉਹ ਬਿਲਕੁਲ ਜਾਗਰ ਵਰਗਾ ਹੀ ਲੱਗਦਾ ਸੀ। ਇਨ ਬਿਨ ਜਿਹੜਾ ਆ ਉਹਦਾ ਕਹਿ ਲਓ ਤਿੱਖਾ ਤਿੱਖਾ ਨੱਕ ਸੀ, ਚੌੜਾ ਮੱਥਾ ਤੇ ਭਰਮਾ ਦਾ ਐਨ ਗੋਲ ਮਟੋਲ ਉਹਦਾ ਚਿਹਰਾ ਸੀ, ਬਿਲਕੁਲ ਉਹਦੇ ਪੁੱਤਰ ਵਰਗਾ ਜਾਗਰ ਵਰਗਾ ਲੱਗਦਾ ਸੀ। ਪਰ ਉਹਦਾ ਪੋਤਾ ਉਹਨੂੰ ਛੱਡ ਕੇ ਚਲਾ ਗਿਆ ਸੀ। ਇਸ ਕਰਕੇ ਜਿਹੜੀਆਂ ਆ ਉਹ ਆਪਣੇ ਪੋਤੇ ਦਾ ਚਿਹਰਾ ਯਾਦ ਕਰਦੀ ਹੈ। ਉਹਦੀਆਂ ਅੱਖਾਂ ਅੱਗੇ ਜਦੋਂ ਉਹਦੇ ਪੋਤੇ ਦਾ ਚਿਹਰਾ ਘੁੰਮਦਾ ਹੈ ਨਾ, ਤਾਂ ਉਹਨੂੰ ਯਾਦ ਕਰਦੀ ਹੋਈ ਇਹ ਸ਼ਬਦ ਉਹ ਜਿਹੜਾ ਹੈ ਮੋਹਨ ਸਿੰਘ ਨੂੰ ਬੋਲਦੀ ਹੈ। ਇਸ ਕਰਕੇ ਇਹਨਾਂ ਸਤਰਾਂ ਦੇ ਵਿੱਚ ਜਿਹੜਾ ਹਰ ਕੌਰ ਦੇ ਮੂੰਹੋਂ ਆਪਣੇ ਪੋਤੇ ਦਾ ਜ਼ਿਕਰ ਆਇਆ ਆ। ਇਸ ਕਹਾਣੀ ਦੇ ਇਸ ਪਾਤਰ ਦਾ ਨਾਂ ਦੱਸੋ ਅਤੇ ਸੁਭਾਅ ਤੇ ਚਾਨਣਾ ਪਾਓ। ਇਸ ਕਹਾਣੀ ਦੇ ਇਸ ਪਾਤਰ ਦਾ ਮਤਲਬ ਹਰ ਕੌਰ ਦਾ। ਇਸ ਕਹਾਣੀ ਦੇ ਇਸ ਪਾਤਰ ਦਾ ਨਾਮ ਦੱਸੋ। ਇਸ ਪਾਤਰ ਦਾ ਨਾਮ ਹੈ ਹਰ ਕੌਰ ਅਤੇ ਉਹਦਾ ਸੁਭਾਅ ਦੱਸੋ। ਸੁਭਾਅ ਤੁਸੀਂ ਦੱਸਣਾ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋਗੇ ਕਿ ਹਰ ਕੌਰ ਜਿਹੜੀ ਹੈਗੀ ਆ ਉਹ ਬਾਕੀ ਸਭ ਸੁੱਖ ਸਾਂਦ ਹੈ, ਕਹਾਣੀ ਦੀ ਪਾਤਰ ਆ ਜੋ ਕਿ ਦੁਖੀ ਪਾਤਰ ਦੇ ਤੌਰ ਤੇ ਸਾਡੇ ਸਾਹਮਣੇ ਆਈ ਹੋਈ ਆ। ਕਿਉਂਕਿ ਹਰ ਪਾਸੋਂ ਹਰ ਕੌਰ ਦੁੱਖਾਂ ਤਕਲੀਫਾਂ ਦੇ ਨਾਲ ਘਿਰੀ ਹੋਈ ਹੈ। ਪਰ ਇੰਨੀਆਂ ਦੁੱਖਾਂ ਤਕਲੀਫਾਂ ਦੇ ਨਾਲ ਘਿਰੀ ਹੋਈ ਵੀ ਉਹ ਸਾਰੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਇਕੱਲੇ ਹੀ ਕਰਦੀ ਪਈ ਆ। ਫਿਰ ਤੁਸੀਂ 2-3 'ਚ ਦੱਸਣੀਆਂ ਆ ਕਿ ਬੇਸ਼ੱਕ ਜਿਹੜੀ ਹੈ ਉਹਦਾ ਪਤੀ ਜਿਹੜੀ ਉਹਨਾਂ ਦਾ ਝਗੜਾ ਚੱਲਦਾ ਪਿਆ ਹੈ, ਉਹਦੀ 5ਵੀਂ ਤਰੀਕ ਭੁਗਤ ਆਇਆ ਹੈ ਤੇ 15 ਦੀ ਫੇਰ ਪੇਸ਼ੀ ਪੈ ਗਈ ਹੈ। ਬੇਸ਼ੱਕ ਉਹਦੀ ਧੀ ਘਰ ਆ ਕੇ ਬੈਠੀ ਹੈ, ਬਾਹਰੋਂ ਉਹਨਾਂ ਨੂੰ ਵੇਚਣਾ ਪਿਆ ਆ। ਜਿਹੜੀ ਮੱਝ ਆ ਉਹਦੀ ਪੂੰਛ ਨੂੰ ਬਾਹਮਣੀ ਲੱਗਣ ਕਰਕੇ ਉਹ ਵੀ ਜਿਹੜੀ ਆ ਵੱਢਣੀ ਪਈ ਹੈ। ਔਰ ਇਹ ਸਾਰੀਆਂ ਉਹਦੀ ਨੂੰਹ ਜਿਹੜੀ ਆ ਮੰਜੇ 'ਤੇ ਉੱਪਰ ਚੀਕ ਰਹੀ ਆ, ਜਾਂ ਕਹਿ ਲਓ ਦੁੱਖ ਦੇ ਨਾਲ ਉਹ ਕਰਾ ਰਹੀ ਹੈ। ਪੋਤਾ ਉਹਦਾ ਉਹਨੂੰ ਛੱਡ ਕੇ ਚਲਾ ਗਿਆ। ਇਹ ਸਾਰੀਆਂ ਮੁਸੀਬਤਾਂ ਹੋਣ ਦੇ ਬਾਵਜੂਦ ਵੀ ਉਹਦੀ ਸੋਚ ਆਸ਼ਾਵਾਦੀ ਹੈ। ਆਮ ਕਰਕੇ ਜਿਹੜਾ ਹੈ ਅਸੀਂ ਸੋਚਦੇ ਨਾ ਕਿ ਜਦੋਂ ਮਨੁੱਖ ਦੁੱਖਾਂ ਨਾਲ ਘਿਰ ਜਾਂਦਾ ਹੈ ਤਾਂ ਆਮ ਕਰਕੇ ਨਿਰਾਸ਼ਾਵਾਦੀ ਹੋ ਜਾਂਦਾ ਹੈ। ਪਰ ਇੰਨੀਆਂ ਮੁਸੀਬਤਾਂ ਦੇ ਹੋਣ ਦੇ ਬਾਵਜੂਦ ਵੀ ਚਿੱਠੀ ਦੇ ਅੰਤ 'ਤੇ ਉਹ ਲਿਖਵਾਉਂਦੀ ਹੈ ਕਿ ਬਾਕੀ ਸਭ ਸੁੱਖ ਸਾਂਦ ਹੈ, ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸੁਭਾਅ ਦੇ ਵਜੋਂ ਆਸ਼ਾਵਾਦੀ ਸੋਚ ਦੀ ਮਾਲਕ ਆ। ਉਹ ਦੁੱਖਾਂ ਦੇ ਵਿੱਚ ਘਿਰੀ ਹੋਣ ਦੇ ਬਾਵਜੂਦ ਵੀ ਨਿਰਾਸ਼ਾਵਾਦੀ ਨਹੀਂ ਹੁੰਦੀ। ਜਦੋਂ ਉਹਨੂੰ ਮੋਹਨ ਸਿੰਘ ਹੌਸਲਾ ਦਿੰਦਾ ਹੈ ਤਾਂ ਉਹਦੀ ਸੋਚ ਫਿਰ ਆਸ਼ਾਵਾਦੀ ਬਣ ਜਾਂਦੀ ਹੈ ਤੇ ਉਹ ਕੀ ਸੋਚਦੀ ਹੈ ਕਿ ਜਿਹੜਾ ਹੈ ਉਹਦਾ ਜਦੋਂ ਪੁੱਤਰ ਜਾਗਰ ਘਰ ਦੇ ਵਿੱਚ ਆਏਗਾ ਤਾਂ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਇਸ ਵਾਰਤਾਲਾਪ ਨੂੰ ਸੁਣ ਕੇ ਲੇਖਕ ਤੇ ਕੀ ਅਸਰ ਹੁੰਦਾ ਹੈ ਤੇ ਉਹ ਕੀ ਕਹਿੰਦਾ ਹੈ। ਹੁਣ ਜਦੋਂ ਹਰ ਕੌਰ ਚਿੱਠੀ ਦੇ ਅੰਤ ਦੇ ਉੱਪਰ ਉਹਨੂੰ ਕਹਿੰਦਾ ਹੈ ਨਾ ਕਿ ਜਿਹੜਾ ਹੈ ਚਾਚੀ ਹੋਰ ਕੁਝ ਲਿਖਵਾਉਣਾ ਹੈ ਤਾਂ ਦੱਸ, ਤਾਂ ਉਸ ਸਮੇਂ ਜਿਹੜੀ ਹੈ ਹਰ ਕੌਰ ਉਹਨੂੰ ਕਹਿੰਦੀ ਹੈ ਕਿ ਪੁੱਤਰ ਇੱਕ ਵਾਰੀ ਸਾਰੀ ਚਿੱਠੀ ਜਿਹੜੀ ਹੈ ਉਹਨੂੰ ਪੜ੍ਹ ਕੇ ਸੁਣਾ ਕਿ ਜੇਕਰ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਉਹਨੂੰ ਜਿਹੜਾ ਹੈ ਪਤਾ ਲੱਗੇ। ਤਾਂ ਅਖੀਰ ਤੇ ਜਦੋਂ ਹਰ ਕੌਰ ਉਹਨੂੰ ਕਹਿੰਦੀ ਨਾ ਕਿ ਬਸ ਪੁੱਤ ਹੁਣ ਤੂੰ ਲਿਖ ਦੇ ਕਿ ਬਾਕੀ ਸਭ ਸੁੱਖ ਸਾਂਦ ਆ, ਤਾਂ ਇਹ ਸੁਣ ਕੇ ਜਿਹੜਾ ਹੈ ਲੇਖਕ ਦੇ ਹੱਥੋਂ ਕੀ ਹੁੰਦਾ ਆ, ਕਲਮ ਡਿੱਗ ਪੈਂਦੀ ਆ ਤੇ ਉਹਦੀਆਂ ਜਿਹੜੀਆਂ ਆ ਨਾ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਇਹ ਸੋਚਦਾ ਆ ਕਿ ਕੋਈ ਬੰਦਾ ਜਿਹੜਾ ਹੈ ਇੰਨੇ ਦੁੱਖਾਂ ਤਕਲੀਫਾਂ ਦੇ ਨਾਲ ਘਿਰੇ ਹੋਣ ਦੇ ਬਾਵਜੂਦ ਵੀ ਕਿਵੇਂ ਇਹ ਕਹਿ ਸਕਦਾ ਹੈ ਕਿ ਬਾਕੀ ਸਭ ਸੁੱਖ ਸਾਂਦ ਹੈ। ਤੇ ਉਹ ਕੀ ਕਹਿੰਦਾ ਹੈ। ਸੋ ਇੱਥੇ ਜਿਹੜਾ ਹੈ ਇਹਨਾਂ ਸਤਰਾਂ ਦੇ ਵਿੱਚ ਜਿਹੜਾ ਮੋਹਨ ਸਿੰਘ ਹੈ ਉਹ ਹਰ ਕੌਰ ਨੂੰ ਹੌਸਲਾ ਦਿੰਦਾ ਨਜ਼ਰ ਆਉਂਦਾ ਆ ਕਿ ਹੌਲੀ ਹੌਲੀ ਜਿਹੜਾ ਹੈ ਨਾ ਉਹ ਸਭ ਕੁਝ ਠੀਕ ਹੋ ਜਾਵੇਗਾ। ਭਾਬੀ ਜਿਹੜੀ ਹੈ ਉਹ ਠੀਕ ਚਾਹੀਦੀ ਆ, ਬਾਈ ਜਿਉਂਦਾ ਰਵੇ, ਆਪੇ ਹੌਲੀ ਹੌਲੀ ਜਿਹੜਾ ਹੈ ਉਹ ਠੀਕ ਹੋ ਜਾਏਗਾ। ਸੋ ਇਹ ਸਾਰਾ ਕੁਝ ਸੁਣ ਕੇ ਜਿਹੜਾ ਹੈ ਲੇਖਕ ਇੱਕਦਮ ਹੈਰਾਨ ਹੋ ਜਾਂਦਾ ਆ, ਕਲਮ ਡਿੱਗ ਪੈਂਦੀ ਹੈ ਤੇ ਉਹ ਜਿਹੜਾ ਆ ਹਰ ਕੌਰ ਨੂੰ ਹੌਸਲਾ ਦਿੰਦਾ ਹੋਇਆ ਨਜ਼ਰ ਆਉਂਦਾ ਆ, ਜਿਹਦੇ ਕਰਕੇ ਹਰ ਕੌਰ ਦੀ ਸੋਚ ਫਿਰ ਆਸ਼ਾਵਾਦੀ ਬਣ ਜਾਂਦੀ ਹੈ। ਲਾਸਟ ਹੈ ਤੁਹਾਡਾ ਪੈਰਾਗ੍ਰਾਫ। ਪੁੱਤ ਮੋਹਣਿਆ ਜਰਾ ਚੰਗੀ ਤਰ੍ਹਾਂ ਲਿਖੀ ਚਿੱਠੀ, ਜਿਸ ਨੂੰ ਪੜ੍ਹ ਕੇ ਮੁੰਡਾ ਫੌਜ 'ਚੋਂ ਨਾਮ ਕਟਾ ਆਵੇ। ਅਸੀਂ ਬਹੁਤ ਦੁਖੀ ਹਾਂ ਪੁੱਤ।
ਉਪਰੋਕਤ ਵਾਰਤਾਲਾਪ ਕਿਸ ਕਹਾਣੀ ਵਿੱਚ ਲਏ ਗਏ ਹਨ? ਉਪਰੋਕਤ ਵਾਰਤਾਲਾਪ ਲਏ ਗਏ ਹੈ ਬਾਕੀ ਸਭ ਸੁੱਖ ਸਾਂਦ ਹੈ ਕਹਾਣੀ ਵਿੱਚੋਂ। ਔਰ ਇਹ ਸ਼ਬਦ ਜਿਹੜੇ ਆ ਨਾ ਉਹ ਹਰ ਕੌਰ ਦੁਆਰਾ ਮੋਹਨ ਸਿੰਘ ਨੂੰ ਬੋਲੇ ਗਏ ਆ ਜਦੋਂ ਉਹ ਆਪਣੇ ਪੁੱਤਰ ਜਾਗਰ ਦੇ ਨਾਮ ਤੇ ਚਿੱਠੀ ਲਿਖਵਾਉਣ ਦੇ ਲਈ ਮੋਹਨ ਸਿੰਘ ਨੂੰ ਸੱਦ ਕੇ ਲਿਆਉਂਦੀ ਹੈ, ਕਿਉਂਕਿ ਜਿਹੜੀ ਹਰ ਕੌਰ ਹੈ ਉਹ ਹਰ ਪਾਸੋਂ ਦੁੱਖਾਂ ਤਕਲੀਫਾਂ ਦੇ ਨਾਲ ਘਿਰ ਗਈ ਸੀ, ਜਿਸ ਕਰਕੇ ਉਹ ਚਾਹੁੰਦੀ ਸੀ ਕਿ ਉਹ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਵੇ। ਇਸ ਕਰਕੇ ਜਿਹੜੇ ਆ ਉਹ ਮੋਹਨ ਸਿੰਘ ਨੂੰ ਕਹਿੰਦੀ ਆ ਕਿ ਉਹ ਕੋਈ ਇਹੋ ਜਿਹੀ ਚਿੱਠੀ ਲਿਖੇ, ਵਧੀਆ ਜਿਹੇ ਬੋਲ ਲਿਖੇ, ਜਿਸ ਕਰਕੇ ਉਹਦਾ ਪੁੱਤਰ ਜਿਹੜਾ ਹੈ ਚਿੱਠੀ ਨੂੰ ਪੜ੍ਹਦਿਆਂ ਸਾਰ ਹੀ ਫਟਾਫਟ ਫੌਜ ਚੋਂ ਨਾਵਾਂ ਕਟਾ ਕੇ ਉਹਦੇ ਕੋਲ ਆ ਜਾਵੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਦਾ ਸਾਥ ਦੇਵੇ। ਉਪਰੋਕਤ ਵਾਰਤਾਲਾਪ ਕੌਣ ਬੋਲ ਰਿਹਾ ਹੈ ਤੇ ਕਿਸ ਨੂੰ? ਉਪਰੋਕਤ ਵਾਰਤਾਲਾਪ ਜਿਹੜੇ ਆ ਉਹ ਹਰ ਕੌਰ ਬੋਲ ਰਹੀ ਹੈ, ਮੋਹਨ ਸਿੰਘ ਨੂੰ ਬੋਲ ਰਹੀ ਹੈ। ਕਦੋਂ ਬੋਲ ਰਹੀ ਹੈ? ਜਦੋਂ ਉਹ ਮੋਹਨ ਸਿੰਘ ਨੂੰ ਚਿੱਠੀ ਲਿਖਣ ਦੇ ਲਈ ਆਪਣੇ ਘਰ ਲਿਆਉਂਦੀ ਹੈ, ਕਿਉਂਕਿ ਉਹ ਜਿਹੜੀ ਹੈ ਆਪਣੇ ਪੁੱਤਰ ਜਾਗਰ ਦੇ ਨਾਮ ਤੇ ਚਿੱਠੀ ਲਿਖਵਾਉਣਾ ਚਾਹੁੰਦੀ ਸੀ। ਆਖਰ ਜਿਹੜੀ ਹੈ ਨਾ ਹਰ ਕੌਰ ਹਰ ਪਾਸੋਂ ਦੁੱਖਾਂ ਤਕਲੀਫਾਂ ਦੇ ਨਾਲ ਘਿਰ ਚੁੱਕੀ ਸੀ। ਨੂੰਹ ਵੱਲੋਂ ਉਹ ਤੰਗ ਸੀ, ਪੋਤਾ ਉਹਦਾ ਉਹਨੂੰ ਛੱਡ ਕੇ ਚਲਾ ਗਿਆ ਸੀ, ਧੀ ਉਹਦੇ ਦਰਵਾਜ਼ੇ ਦੇ ਮੂਹਰੇ ਆ ਕੇ ਬੈਠੀ ਸੀ, ਘਰ ਵਾਲਾ ਉਹਦਾ ਪੇਸ਼ੀਆਂ ਭੁਗਤਦਾ ਪਿਆ ਸੀ, ਬਾਹਰੋਂ ਉਹਨਾਂ ਨੂੰ ਵੇਚਣਾ ਪਿਆ ਸੀ, ਮੱਝ ਦੀ ਪੂੰਛ ਵੱਡੀ ਜਾਣ ਕਰਕੇ ਉਹਦੀ ਕੀਮਤ ਅੱਧੀ ਰਹਿ ਗਈ ਸੀ, ਫਿਰ ਜਿਹੜਾ ਹੈ ਉਹਦਾ ਪਸ਼ੂਆਂ ਵੱਲੋਂ ਉਹ ਤੰਗ ਸੀ। ਇਸ ਕਰਕੇ ਜਿਹੜੀ ਹੈਗੀ ਹੈ ਨਾ ਹਰ ਕੌਰ ਮੋਹਨ ਸਿੰਘ ਨੂੰ ਆਪਣੇ ਪੁੱਤਰ ਦੇ ਨਾਮ ਤੇ ਚਿੱਠੀ ਲਿਖਵਾਉਂਦੀ ਹੈ ਤਾਂ ਕਿ ਉਹਦਾ ਪੁੱਤਰ ਜਿਹੜਾ ਹੈ ਛੇਤੀ ਤੋਂ ਛੇਤੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਦਾ ਸਾਥ ਦੇਣ ਦੇ ਲਈ ਉਹਦੇ ਕੋਲ ਪਹੁੰਚ ਜਾਵੇ, ਕਿਉਂਕਿ ਕਹਿੰਦੇ ਆ ਨਾ ਕਿ ਜਿਹੜਾ ਆ ਮਾਪਿਆਂ ਦਾ ਅੰਤਿਮ ਸਹਾਰਾ ਤਾਂ ਉਹਦੇ ਬੱਚੇ ਹੀ ਹੁੰਦੇ ਆ। ਸੋ ਇਸ ਕਰਕੇ ਜਿਹੜੀ ਆ ਉਹ ਚਾਹੁੰਦੀ ਸੀ ਕਿ ਉਹਦਾ ਪੁੱਤਰ ਉਹਦੇ ਕੋਲ ਆ ਜਾਵੇ। ਵਾਰਤਾਲਾਪ ਬੋਲਣ ਵਾਲਾ ਦੁਖੀ ਕਿਉਂ ਸੀ? ਸੋ ਸਭ ਤੋਂ ਪਹਿਲਾਂ ਜਿਹੜਾ ਹੈ ਤੁਸੀਂ ਇੱਥੇ ਦੱਸਣਾ ਆ ਕਿ ਵਾਰਤਾਲਾਪ ਬੋਲਣ ਵਾਲਾ ਤਾਂ ਫਿਰ ਬੇਟਾ ਉਹੀ ਹਰ ਕੌਰ ਹੀ ਹੈ, ਔਰ ਦੁਖੀ ਜਿਹੜਾ ਸੀ ਉਹ ਇਸ ਕਰਕੇ ਸੀ। ਇਹ 'ਚ ਤੁਸੀਂ ਸਾਰੇ ਰੀਜ਼ਨ ਲਿਖ ਦੇਣੇ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਲਿਖਣਾ ਆ ਕਿ ਉਹਦਾ ਜਿਹੜਾ ਘਰ ਵਾਲਾ ਸੀ ਉਹ ਕੋਈ ਜਿਹੜਾ ਉਹਨਾਂ ਦਾ ਮੁਕੱਦਮਾ ਚੱਲਦਾ ਪਿਆ ਸੀ, ਉਹਦੀ 5ਵੀਂ ਤਰੀਕ ਭੁਗਤ ਆਇਆ ਸੀ ਤੇ 15 ਦੀ ਫੇਰ ਪੇਸ਼ੀ ਸੀ ਪਹਿਲਾ। ਦੂਸਰਾ ਲਿਖਣਾ ਹੈ ਕਿ ਉਹਨਾਂ ਦੀ ਜਿਹੜੀ ਧੀ ਸੀ ਉਹਦਾ ਪ੍ਰਾਹੁਣੇ ਦਾ ਕੋਈ ਅਤਾ ਪਤਾ ਨਹੀਂ ਸੀ, ਜਿਸ ਕਰਕੇ ਉਹ ਹਜੇ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ। ਤੀਸਰਾ ਲਿਖਣਾ ਆ ਕਿ ਉਹਨਾਂ ਦੀ ਜਿਹੜੀ ਮੱਝ ਸੀ ਉਹਦੀ ਪੂੰਛ ਨੂੰ ਬਾਹਮਣੀ ਲੱਗ ਗਈ ਸੀ ਔਰ ਪੂੰਛ ਵੱਡੀ ਜਾਣ ਕਰਕੇ ਮੱਝ ਦੀ ਕੀਮਤ ਅੱਧੀ ਰਹਿ ਗਈ ਸੀ। ਫਿਰ ਤੁਸੀਂ ਲਿਖਣਾ ਕਿ ਉਹਨਾਂ ਦਾ ਜਿਹੜਾ ਬੌਲਦ ਸੀ ਉਹਦਾ ਮੋਢਾ ਮਤਾੜਿਆ ਗਿਆ ਸੀ, ਜਿਸ ਕਰਕੇ ਕੰਮ ਦੇ ਲਾਇਕ ਉਹ ਨਹੀਂ ਰਿਹਾ ਸੀ। ਫਿਰ ਜਿਹੜਾ ਉਹਨਾਂ ਦਾ ਪਿਆਰ ਨਾਲ ਪਾਲਿਆ ਹੋਇਆ ਬਾਰੂ ਸੀ ਉਹਨਾਂ ਨੂੰ ਵੇਚਣਾ ਪਿਆ ਸੀ, ਕਿਉਂਕਿ ਜ਼ਮੀਨ ਦਾ ਹਾਲਾ ਦੇਣਾ ਸੀ। ਫਿਰ ਤੁਸੀਂ ਦੱਸਣਾ ਹੈ ਕਿ ਉਹਨਾਂ ਦੀ ਜਿਹੜੀ ਖੇਤੀ ਸੀ ਉਹ ਸਾਰੀ ਹੀ ਡੋਬੇ ਕਾਰਨ ਬਰਬਾਦ ਹੋ ਗਈ ਸੀ, ਬਹੁਤ ਜ਼ਿਆਦਾ ਮੀਂਹ ਪਏ ਸੀ, ਸਾਰੀ ਫਸਲ ਡੁੱਬ ਗਈ ਸੀ ਔਰ ਕਮਾਈ ਜਿਹੜੀ ਹੈ ਉਹ ਕੋਈ ਵੀ ਨਹੀਂ ਹੋਈ ਸੀ, ਜਿਸ ਕਰਕੇ ਬਾਰੂ ਵੇਚਣਾ ਪਿਆ। ਪੋਤਾ ਉਹਦਾ ਜਿਹੜਾ ਸੀ ਉਹਨੂੰ ਛੱਡ ਕੇ ਚਲਾ ਗਿਆ ਸੀ, ਜਿਹਦੇ ਵਿੱਚ ਉਹਨੂੰ ਆਪਣੇ ਪੁੱਤਰ ਦੀ ਝਲਕ ਨਜ਼ਰ ਆਉਂਦੀ ਸੀ, ਉਹ ਵੀ ਉਹਨੂੰ ਛੱਡ ਕੇ ਚਲਾ ਗਿਆ ਸੀ। ਨੂੰਹ ਜਿਹੜੀ ਉਹਦੀ ਕਰਤਾਰੋ ਉਹ ਵੀ ਮੰਜੇ ਤੇ ਮਰਨ ਦੀ ਹਾਲਤ ਵਿੱਚ ਪਈ ਸੀ। ਸੋ ਹਰ ਕੌਰ ਨੂੰ ਜਿਹੜੀ ਆ ਕਿਸੇ ਪਾਸੋਂ ਕੋਈ ਵੀ ਉਮੀਦ ਨਜ਼ਰ ਨਹੀਂ ਸੀ ਆਉਂਦੀ। ਇਸ ਕਰਕੇ ਹਰ ਕੌਰ ਜਿਹੜੀ ਸੀ ਉਹ ਬਹੁਤ ਹੀ ਦੁਖੀ ਸੀ ਔਰ ਇਹਨਾਂ ਸਾਰੇ ਦੁੱਖਾਂ ਦਾ ਜ਼ਿਕਰ ਉਹ ਚਿੱਠੀ ਦੇ ਵਿੱਚ ਆਪਣੇ ਪੁੱਤਰ ਨੂੰ ਕਰਦੀ ਹੈ। ਕੌਣ ਫੌਜ ਚੋਂ ਨਾਂ ਕਟਾ ਕੇ ਆ ਜਾਵੇ ਤੇ ਕਿਉਂ? ਇਹਦੇ ਵਿੱਚ ਹਰ ਕੌਰ ਦਾ ਜਿਹੜਾ ਪੁੱਤਰ ਹੈ ਨਾ ਜਾਗਰ, ਉਹ ਫੌਜ ਚੋਂ ਆਪਣਾ ਨਾਮ ਕਟਾ ਕੇ ਆ ਜਾਵੇ। ਕਿਉਂ? ਕਿਉਂਕਿ ਹਰ ਕੌਰ ਨੂੰ ਹੁਣ ਕਿਸੇ ਪਾਸੋਂ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਸੀ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਚਾਹੁੰਦੀ ਸੀ ਕਿ ਉਹਦਾ ਜਿਹੜਾ ਪੁੱਤਰ ਆ ਉਹ ਉਹਦੇ ਕੋਲ ਆ ਜਾਵੇ, ਕਿਉਂਕਿ ਘਰ ਦੇ ਹਾਲਾਤ ਜਿਹੜੇ ਆ ਉਹ ਇਹੋ ਜਿਹੇ ਹੋ ਗਏ ਸੀ ਕਿ ਉਹਦੇ ਲਈ ਇਕੱਲੀ ਦੇ ਲਈ ਸਾਂਭਣੇ ਔਖੇ ਹੋ ਰਹੇ ਸੀ, ਜਿਸ ਕਰਕੇ ਉਹ ਚਾਹੁੰਦੀ ਸੀ ਕਿ ਇਹਨਾਂ ਸਾਰੀਆਂ ਤਕਲੀਫਾਂ ਤੇ ਦੁੱਖਾਂ ਨੂੰ ਸਮੇਟਣ ਦੇ ਲਈ ਜਾਂ ਇਹਨਾਂ ਦੁੱਖਾਂ ਨੂੰ ਖਤਮ ਕਰਨ ਦੇ ਲਈ, ਘਰ ਦੇ ਹਾਲਾਤ ਨੂੰ ਸਹੀ ਕਰਨ ਦੇ ਲਈ ਇਸ ਦੁੱਖ ਦੀ ਘੜੀ ਦੇ ਵਿੱਚ ਉਹਦਾ ਪੁੱਤਰ ਜਿਹੜਾ ਆ ਉਹਦੇ ਕੋਲ ਹੋਵੇ, ਤਾਂ ਕਿ ਜਿਹੜਾ ਹੈ ਉਹ ਉਹਦਾ ਸਹਾਰਾ
ਬਣ ਸਕੇ। ਇਸ ਕਰਕੇ ਜਿਹੜੀ ਹੈ ਹਰ ਕੌਰ ਆਪਣੇ ਫੌਜੀ ਪੁੱਤਰ ਦੇ ਨਾਮ ਤੇ ਚਿੱਠੀ ਲਿਖਵਾਉਂਦੀ ਹੈ ਤਾਂ ਕਿ ਉਹ ਫੌਜ ਦੇ ਵਿੱਚੋਂ ਆਪਣਾ ਨਾਮ ਕਟਾਵੇ, ਚਿੱਠੀ ਨੂੰ ਤਾਰ ਸਮਝੇ ਤਾਂ ਕਿ ਜਿੰਨੀ ਛੇਤੀ ਹੋ ਸਕੇ ਉਹ ਘਰ ਵਾਪਸ ਆ ਕੇ ਘਰ ਦੇ ਹਾਲਾਤਾਂ ਨੂੰ ਸਮਝੇ ਤੇ ਉਹਨੂੰ ਸੁਧਾਰ ਕਰਨ ਦੇ ਵਿੱਚ ਤੇ ਹਰ ਕੌਰ ਦਾ ਸਾਥ ਦੇਣ ਦੇ ਵਿੱਚ ਉਹਦੀ ਸਹਾਇਤਾ ਕਰੇ। ਠੀਕ ਹੈ, ਸੋ ਇਸ ਤਰ੍ਹਾਂ ਤੁਸੀਂ ਜਿਹੜੇ ਆ ਇਹ ਕੁਐਸਚਨ ਆਨਸਰਸ ਕਰੋਗੇ। ਠੀਕ ਹੈ ਰਾਜੇ। ਔਰ ਇਸ ਤੋਂ ਇਲਾਵਾ ਬੇਟਾ ਤੁਸੀਂ ਜਿਸ ਵੀ ਚੈਪਟਰ ਦੇ ਕੁਐਸਚਨ ਆਨਸਰਸ ਕਰਨਾ ਚਾਹੁੰਦੇ ਆ ਜਾਂ ਕਿਸੇ ਵੀ ਬੱਚੇ ਨੂੰ ਪੋਇਟਰੀ ਦੇ ਕਿਸੇ ਵੀ ਲੈਸਨ ਦੀ ਜਿਹੜੀ ਆ ਜ਼ਰੂਰਤ ਹੈਗੀ ਆ ਤਾਂ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਆ। ਜੇ ਤੁਸੀਂ ਕੋਈ ਪੋਇਮ ਸਮਝਣਾ ਚਾਹੁੰਦੇ ਆ, ਕਿਸੇ ਚੈਪਟਰ ਦੇ ਹੋਰ ਕੁਐਸਚਨ ਆਨਸਰ, ਔਰ ਬਾਕੀ ਜਿਹੜਾ ਇਸ ਕਹਾਣੀ ਦਾ ਵਿਸ਼ਾ ਵਸਤੂ ਔਰ ਐਕਸਟਰਾ ਕੁਐਸਚਨ ਆਨਸਰਸ ਹੈਗੇ ਆ ਉਹ ਮੈਂ ਆਲਰੇਡੀ ਕਰਾਏ ਹੋਏ ਆ, ਉਹ ਤੁਸੀਂ ਜਿਹੜੇ ਆ ਅਲੱਗ ਵੀਡੀਓ ਦੇ ਵਿੱਚ ਦੇਖ ਸਕਦੇ ਆ। ਠੀਕ ਹੈ, ਓਕੇ।